आसा महला चौथा। तू करता सचियार मेंढा साई। जो तो भावै सोई थीसी। जो तू दे सोई हो पाई। रहाओ सब तेरी तू सबनी ध्याया। जिसनों कृपा करें तिन नाम रतन पाया। गुरमुख लादा मन मुख गवाया। तुद आप विछोड़िया आप मिलाया। तू दरियाओ सब तुझ ही माहे। तुझ बिन दूजा कोई नाहे। जी जंत सब तेरा खेल। विजोग मिल विछुड़िया संजोगी मेल। जिसनो तू जानाए सोई जन जाने। हर गुण सद ही आख वखाणे। जिन हर सेवया तिन सुख पाया। सहजे ही हर नाम समाया। तू आपे करता तेरा किया तब होए। तुद बिन दूजा अवर न कोय। तू कर कर वेखें जाने सोए। जन नानक गुरमुख प्रगट होए। पातशाह ने पहले शब्द के अंदर बड़े विस्तृत रूप विच वाहिगुरु अकाल पुरख जी के गुणां दा ज्ञान बख्शिया ਅਤੇ ਉਸ ਨੂੰ ਤੂੰ ਕਹਿ ਕੇ ਇੱਕ ਮਿਕਤਾ ਤੇ ਪੂਰਨ ਸ਼ਰਧਾ ਤੇ ਭਾਵ ਭਗਤੀ ਪ੍ਰਗਟ ਕੀਤੀ। ਪਰ ਇਸ ਅਗਲੇ ਸ਼ਬਦ ਵਿੱਚ ਪਾਤਸ਼ਾਹ ਫਰਮਾਉਂਦੇ ਨੇ, ਤੂੰ ਕਰਤਾ ਸਚਿਆਰ ਮਹਿੰਡਾ ਸਾਈਂ। ਕੁਝ ਵੀਰ ਕਹਿੰਦੇ ਹਨ ਤੁਸੀਂ ਬਿੰਦਾ ਕਿਉਂ ਉਚਾਰਨ ਕਰਦੇ ਹੋ। ਦੇਖੋ, ਜੇ ਇੱਥੇ ਬਿੰਦਾ ਨਾ ਉਚਾਰਨ ਕੀਤਾ ਜਾਏ ਤਾਂ ਇਹਦਾ ਉਚਾਰਨ ਹੋਏਗਾ ਸਾਈ। ਸਾਈ ਦਾ ਮਤਲਬ ਹੁੰਦਾ ਉਹ, ਪਰ ਬਿੰਦਾ ਲਾਉਣ ਦੇ ਨਾਲ ਉਚਾਰਨ ਕਰਨ ਦੇ ਨਾਲ ਸਾਈਂ ਕਿਹਾ ਜਾਏ, ਔਰ ਸਾਈਂ ਦਾ ਅਰਥ ਹੈ ਮਾਲਕ, ਖਸਮ। ਔਰ ਇੱਥੇ ਬਿੰਦਾ ਪ੍ਰਿੰਟਡ ਹੈ, ਇਸ ਲਈ ਇਹਨੂੰ ਅਵਾਇਡ ਨਹੀਂ ਕੀਤਾ ਜਾ ਸਕਦਾ। ਪਰਮੇਸ਼ਵਰ ਨਾਲ ਸਿੱਧੀ ਗੱਲ ਹੋ ਰਹੀ ਹੈ। ਤੂੰ ਕਰਤਾ ਸਚਿਆਰ ਮਹਿੰਡਾ ਸਾਈਂ। ਤੂੰ ਕਰਨ ਵਾਲਾ ਸਚਿਆਰ ਮਹਿੰਡਾ ਮਾਲਕ। ਜੋ ਤੋ ਭਾਵੈ ਸੋਈ ਥੀਸੀ। ਜੋ ਤੂੰ ਦੇ ਸੋਈ ਹੋ ਪਾਈ। हे ਮਾਲਕ, ਜੋ ਤੈਨੂੰ ਭਾਉਂਦਾ ਹੈ ਸੋਈ ਥੀਸੀ ਉਹੀ ਹੋਵੇਗਾ। ਭਾਵ ਤੇਰੇ ਹੁਕਮ ਤੋਂ ਬਿਨਾਂ ਕੁਝ ਹੋ ਨਹੀਂ ਸਕਦਾ। ਔਰ ਜੋ ਤੂੰ ਦੇ, ਹੁਣ ਇੱਥੇ ਦੇ ਦਾ ਹਾਏ ਨੂੰ ਸਿਆਰੀ ਹੈ, ਜਿਹਦਾ ਮਤਲਬ ਹੈ ਜੋ ਤੂੰ ਦੇਵੇਂਗਾ ਸੋਈ ਹੋ ਪਾਈ, ਉਹੀ ਮੈਂ ਪ੍ਰਾਪਤ ਕਰਾਂਗਾ। ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ। ਇਹ ਸਾਰੀ ਸ੍ਰਿਸ਼ਟੀ ਤੇਰੀ ਬਣਾਈ ਹੋਈ, ਔਰ ਇਹ ਸਾਰੇ ਜੀਵ ਤੈਨੂੰ ਹੀ ਧਿਆਉਂਦੇ ਹਨ। ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਹੁਣ ਜਿਹੜਾ ਕਿਰਪਾ ਅੱਖਰ ਹੈ ਇਹ ਗੁਰਬਾਣੀ 'ਚ ਦੋ ਰੂਪਾਂ ਵਿੱਚ ਆਉਂਦਾ। ਜੇ ਰਾਰਾ ਪੂਰਾ ਹੋਵੇ ਤਾਂ ਕਿਰਪਾ, ਜੇ ਪੈਰ ਵਿੱਚ ਰਾਰਾ ਹੋਵੇ ਤੇ ਕਿਰਪਾ। ਇਹ ਜਿਹੜੀ ਸਿਆਰੀ ਹੈ ਇਹ ਪੈਰ ਦੇ ਰਾਰੇ ਨੂੰ ਲੱਗੀ ਹੈ, ਇਸ ਲਈ ਇਸ ਦਾ ਉਚਾਰਨ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਜਿਨ੍ਹਾਂ ਉੱਤੇ ਤੇਰੀ ਮਿਹਰ ਹੋ ਜਾਂਦੀ ਉਹਨਾਂ ਨੇ ਤੇਰੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕੀਤਾ। ਪਾਤਸ਼ਾਹ ਇਹਨੂੰ ਹੋਰ ਕਲੀਅਰ ਕਰ ਦੇਣ, ਖੋਲ ਦੇਣ। ਗੁਰਮੁਖ ਲਾਦਾ ਮਨਮੁਖ ਗਵਾਇਆ। ਹੁਣ ਗੁਰਮੁਖ ਕੌਣ ਹੈ ਤੇ ਮਨਮੁਖ ਕੌਣ ਹੈ? ਜਿਹੜਾ ਗੁਰੂ ਦੇ ਕਹੇ ਅਨੁਸਾਰ ਚੱਲਦਾ ਉਸ ਨੂੰ ਗੁਰਬਾਣੀ ਵਿੱਚ ਗੁਰਮੁਖ ਕਿਹਾ ਜਾਂਦਾ। ਤਥਾ ਜਿਹਦਾ ਮੂੰਹ ਗੁਰੂ ਵੱਲ ਹੈ, ਜਿਹੜਾ ਆਪਣੇ ਜੀਵਨ ਵਿੱਚ ਗੁਰੂ ਦੀ ਸਿੱਖਿਆ ਨੂੰ ਪ੍ਰਧਾਨਤਾ ਦਿੰਦਾ। ਪਰ ਮਨਮੁਖ ਉਹ ਹੈ ਜਿਹੜਾ ਆਪਣੇ ਮਨ ਦੇ ਪਿੱਛੇ ਚੱਲਦਾ। ਤੋ ਗੁਰਮੁਖ ਲਾਦਾ ਮਨਮੁਖ ਗਵਾਇਆ। ਤੁਧ ਆਪ ਵਿਛੋੜਿਆ ਆਪ ਮਿਲਾਇਆ।
हे ਅਕਾਲ ਪੁਰਖ ਜੀ, ਤੁਹਾਡੇ ਹੁਕਮ ਵਿੱਚ ਹੀ ਜੀਵ ਵਿਛੜਦੇ ਹਨ, ਤੁਹਾਡੇ ਹੁਕਮ ਵਿੱਚ ਹੀ ਮਿਲਦੇ ਹਨ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀਂ। ਇਸ ਪਾਵਨ ਪੰਕਤੀ ਦੇ ਅੰਦਰ ਗੁਰਦੇਵ ਉਸੇ ਪ੍ਰਕਰਨ ਨੂੰ ਜਾਰੀ ਰੱਖਦਿਆਂ ਫਰਮਾਉਂਦੇ ਹਨ, हे ਅਕਾਲ ਪੁਰਖ ਜੀ, ਤੁਸੀਂ ਦਰਿਆ ਰੂਪ ਹੋ ਔਰ ਇਹ ਸਭ ਜੀਵ ਜੰਤ ਤੁਹਾਡੇ ਵਿੱਚ ਮਛਲੀਆਂ ਵਾਂਗੂ ਵਿਚਰ ਰਹੇ ਹਨ। ਭਾਵ ਤੁਹਾਡੇ ਤੋਂ ਵੱਖਰਾ ਕੁਝ ਵੀ ਨਹੀਂ। ਜਿਵੇਂ ਇੱਕ ਦਰਿਆ ਵਿੱਚ ਅਨੇਕਾਂ ਮਛਲੀਆਂ, ਅਨੇਕਾਂ ਜੀਵ ਜੰਤ ਹਨ, ਇਸੇ ਤਰ੍ਹਾਂ ਤੁਸੀਂ ਇੱਕ ਵੱਡੇ ਦਰਿਆ ਰੂਪ ਹੋ ਔਰ ਇਹ ਸਭ ਜੀਵ ਜੰਤ ਤੁਹਾਡੇ ਵਿੱਚ ਹੀ ਵਿਚਰ ਰਹੇ। ਤੁਝ ਬਿਨ ਦੂਜਾ ਕੋਈ ਨਾਹੀਂ। ਆਮ ਪ੍ਰੇਮੀ ਇਸ ਨੂੰ ਤੁਝ ਬਿਨ ਦੂਜਾ ਪੜ੍ਹਦੇ ਨੇ, ਪਰ ਜੇ ਬਿਨ ਤੇ ਵਿਸਰਾਮ ਦਿੱਤਾ ਜਾਏ ਤਾਂ ਇਹ ਪਰਫੈਕਟ ਹੈ ਕਿ ਤੇਰੇ ਤੋਂ ਬਿਨਾ ਹੋਰ ਦੂਜਾ ਕੋਈ ਹੈ ਨਹੀਂ। ਇਹ ਸਾਰੀ ਖੇਡ ਤੇਰੀ ਆਪਣੀ ਬਣਾਈ ਹੋਈ ਹੈ। ਜੀ ਜੰਤ ਸਭ ਤੇਰਾ ਖੇਲ। ਇਹ ਜਿਤਨੇ ਜੀਵ ਜੰਤ ਤੁਸੀਂ ਪੈਦਾ ਕੀਤੇ ਹਨ, ਇਹ ਜਿਤਨੇ ਜੀਵ ਜੰਤ ਜੋ ਕੁਝ ਕਰ ਰਹੇ ਨੇ, ਇਹ ਖੇਲ ਤਮਾਸ਼ਾ ਤੁਹਾਡਾ ਆਪਣਾ ਹੀ ਹੈ। ਆਪੇ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ। ਤਥਾ ਬਾਣੀ ਵਿੱਚ ਫਰਮਾਨਾ ਹੈ, ਮੌਲਾ ਖੇਲ ਕਰੇ ਸਭ ਆਪੇ। ਤੁਸੀਂ ਆਪ ਹੀ ਸਾਰੀ ਖੇਡ ਨੂੰ ਖੇਡਣ ਵਾਲੇ ਹੋ। ਗੁਰੂ ਅਰਜਨ ਦੇਵ ਪਾਤਸ਼ਾਹ ਤਾਂ ਇੱਥੇ ਤੱਕ ਫਰਮਾਉਂਦੇ ਨੇ, हे ਅਕਾਲ ਪੁਰਖ, काठ की पुत्री कहा करे बपुरी, खिलावन हारो जाने, जैसा खेल करावे बाजीगर, ओ तैसा ही साजाने। जी जंत सब तेरा खेल, विजोग मिल विछुड़िया संजोगी मेल। ये पंक्ति बड़ी महत्वपूर्ण प्रेरणा देने वाली। ਵਿਜੋਗ ਦੇ ਗੱਗੇ ਨੂੰ ਸਿਹਾਰੀ ਹੈ, ਜਿਹਦਾ ਅਰਥ ਹੈ ਵਿਜੋਗ ਹੋ ਜਾਂਦਾ ਹੈ। ਮਿਲ ਵਿਛੋੜਿਆਂ, ਜਿਹੜੇ ਤੇਰੇ ਤੋਂ ਵਿਛੜੇ ਹੋਏ ਹਨ, ਉਹਨਾਂ ਦੀ ਸੰਗਤ ਕਰਕੇ, ਉਹਨਾਂ ਨੂੰ ਮਿਲ ਕੇ ਵਿਜੋਗ ਹੋ ਜਾਂਦਾ। ਕਿਉਂਕਿ ਇਹ ਗੱਲ ਪਰਮਾਨੀਕ ਹੈ ਕਿ ਜਿਹੋ ਜੀ ਸੰਗਤ ਕਰਾਂਗੇ ਉਹਦਾ ਰੰਗ ਚੜ੍ਹੇਗਾ। ਜੇ ਟੁੱਟੇ ਹੋਇਆਂ ਦੀ ਸੰਗਤ ਕਰਾਂਗੇ ਉਹ ਸਾਨੂੰ ਤੋੜਨ ਦਾ ਯਤਨ ਕਰਨਗੇ। ਪਰ ਸੰਯੋਗੀ ਮੇਲ, ਜਿਹੜੇ ਆਪ ਪਰਮਾਤਮਾ ਨਾਲ ਮਿਲੇ ਹੋਏ ਹਨ, ਉਹਨਾਂ ਦੀ ਸੰਗਤ ਕਰਾਂਗੇ ਤੇ ਸਾਨੂੰ ਮੇਲ ਵਾਲੇ ਪਾਸੇ ਉਹਦੇ ਨਾਲ ਜੁੜਨ ਦੀ ਪ੍ਰੇਰਨਾ ਕਰਨਗੇ। ਜਿਸ ਨੂੰ ਤੂੰ ਜਾਣਾ ਏ ਸੋਈ ਜਨ ਜਾਣੇ। ਇਹ ਜਿਹੜਾ ਜਾਣਾ ਏ ਅੱਖਰ ਹੈ, ਆਮ ਤੌਰ ਤੇ ਇਸ ਨੂੰ ਲੋਕ ਪ੍ਰੇਮੀ ਪਾਠੀ ਆਪਣੀ ਸਹੂਲਤ ਲਈ ਜਣਾਏ ਪੜ੍ਹਦੇ, ਪਰ ਇਸ ਦੀ ਸੁੰਦਰਤਾ ਬਣਾਉਣ ਲਈ ਜਾਣਾ ਏ। हे ਅਕਾਲ ਪੁਰਖ ਜੀ, ਜਿਸ ਉੱਤੇ ਤੁਸੀਂ ਆਪ ਕਿਰਪਾ ਕਰਕੇ ਉਹਨੂੰ ਇਹ ਜਣਾਉਂਦੇ ਹੋ ਤਥਾ ਇਹ ਸੋਝੀ, ਇਹ ਗਿਆਨ ਬਖਸ਼ਦੇ ਹੋ, ਸੋਈ ਜਨ ਜਾਣੇ। ਉਹ ਵਡਭਾਗੀ ਮਨੁੱਖ ਜਾਣ ਲੈਂਦਾ, ਔਰ ਜਿਹੜਾ ਜਾਣ ਲੈਂਦਾ ਉਸ ਦੀ ਪਛਾਣ ਕੀ ਹੈ? ਹਰ ਗੁਣ ਸਦ ਹੀ ਆਖ ਵਖਾਣੇ। ਉਹ ਫਿਰ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਤੁਹਾਡੇ ਗੁਣਾਂ ਨੂੰ ਸਦ ਹੀ ਹਮੇਸ਼ਾ ਆਖ ਵਖਾਣਾ, ਕਿਉਂਕਿ ਉਸ ਨੂੰ ਤੁਸੀਂ ਜਣਾ ਦਿੱਤਾ। ਤੁਸੀਂ ਆਪਣਾ ਵੱਡਾ ਰੂਪ ਉਸ ਨੂੰ ਵਿਖਾ ਦਿੱਤਾ। ਬਸ ਫਿਰ ਉਹਦੀ ਐਸੀ ਅਵਸਥਾ ਬਣਦੀ ਹੈ ਕਿ ਹਰ ਗੁਣ ਸਦ ਹੀ ਆਖ ਵਖਾਣੇ। ਉਹ ਤਾਂ ਫਿਰ ਸੌਂਦੇ ਵਾਹ ਵਾਹ ਉੱਚ ਨੇ, ਉੱਠਦੇ ਵੀ ਵਾਹ ਕਰੇ। ਤੋ ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਹੁਣ ਇੱਥੇ ਜਿਨ ਦੇ ਨੰਨੇ ਨੂੰ ਸਿਹਾਰੀ ਹੈ, ਜਿਨ੍ਹਾਂ ਨੇ ਐਸੇ ਹਰੀ ਨੂੰ ਸੇਵਿਆ ਹੈ, ਸਿਮਰਿਆ ਹੈ, ਯਾਦ ਕੀਤਾ ਹੈ, ਹਾਜ਼ਰ ਨਾਜ਼ਰ ਮੰਨਿਆ, ਤਿੰਨ ਸੁਖ ਪਾਇਆ। ਉਹਨਾਂ ਨੇ ਜੀਵਨ ਵਿੱਚ ਸੁਖ, ਸ਼ਾਂਤੀ, ਸਹਿਜ ਅਵਸਥਾ ਪ੍ਰਾਪਤ ਕਰ ਲਈ ਹੈ। ਔਰ ਸਹਿਜੇ ਹੀ
ਹਰ ਨਾਮ ਸਮਾਇਆ ਸੁਤੇ ਹੀ। ਸਹਿਜੇ ਹੀ ਦਾ ਮਤਲਬ ਹੈ ਸੁਤੇ। ਕਈ ਕੰਮ ਅਸੀਂ ਯਤਨ ਨਾਲ ਤਰੀਕਿਆਂ ਨਾਲ ਕਰਦੇ ਹਾਂ, ਕਈ ਕੰਮ ਸਹਿਜ ਸੁਭਾਏ ਹੋ ਜਾਂਦੇ। ਜਿਹੜਾ ਇਸ ਤਰੀਕੇ ਨਾਲ ਹਰੀ ਨੂੰ ਸੇਵਦਾ ਹੈ, ਸਿਮਰਦਾ ਹੈ, ਯਾਦ ਰੱਖਦਾ ਹੈ, ਹਾਜ਼ਰ ਹਜ਼ੂਰ ਜ਼ਾਹਰ ਜ਼ਹੂਰ ਬਣਦਾ ਹੈ, ਉਹ ਫਿਰ ਸਹਿਜੇ ਹੀ, ਜਿਵੇਂ ਕਿਸੇ ਦਾ ਕੋਈ ਸੁਭਾਅ ਬਣ ਜਾਂਦਾ ਹੈ ਨਾ, ਇਸ ਤਰ੍ਹਾਂ ਉਹਨਾਂ ਨੂੰ ਸੁਭਾਵਿਕ ਤੌਰ 'ਤੇ ਤੁਹਾਡੇ ਨਾਲ ਇੱਕ ਮਿਕਤਾ ਹਾਸਲ ਹੁੰਦੀ ਹੈ। ਨਾਮ ਦੇ ਮੰਮੇ ਨੂੰ ਸਿਹਾਰੀ ਹੈ। ਸਹਿਜੇ ਹੀ ਹਰ ਨਾਮ ਸਮਾਇਆ, ਉਹ ਤੁਹਾਡੇ ਨਾਮ ਵਿੱਚ ਸਮਾ ਜਾਂਦੇ। ਸਮਾ ਜਾਣਾ ਕੀ ਹੁੰਦਾ? ਇੱਕ ਮਿਕਤਾ ਹੋ ਜਾਣੀ। ਜਿਸ ਤਰ੍ਹਾਂ ਇੱਕ ਵਗਦੇ ਦਰਿਆ ਵਿੱਚੋਂ ਇੱਕ ਪਾਣੀ ਦੀ ਬਾਲਟੀ ਲੈ ਕੇ ਅਸੀਂ ਵੱਖਰੀ ਭਰ ਕੇ ਰੱਖ ਦਿੰਦੇ ਹਾਂ, ਤਾਂ ਜਦੋਂ ਤੀਕਰ ਉਹ ਬਾਲਟੀ ਦੇ ਵਿੱਚ ਪਾਣੀ ਹੈ, ਉਹਨੂੰ ਬਾਲਟੀ ਵਾਲਾ ਪਾਣੀ ਕਿਹਾ ਜਾਏਗਾ। ਪਰ ਜੇ ਉਸ ਬਾਲਟੀ ਵਾਲੇ ਪਾਣੀ ਨੂੰ ਫਿਰ ਦਰਿਆ ਵਿੱਚ ਪਾ ਦਿਓ, ਫਿਰ ਉਹ ਦਰਿਆ ਰੂਪ ਹੋ ਜਾਏ। ਤੇ ਜੇ ਫਿਰ ਕੋਈ ਉਸ ਪਾਣੀ ਨੂੰ, ਬਾਲਟੀ ਵਾਲੇ ਪਾਣੀ ਨੂੰ ਦਰਿਆ ਵਿੱਚੋਂ ਵੱਖਰਾ ਕਰਨਾ ਚਾਹੇ, ਉਹ ਨਹੀਂ ਹੋ ਸਕਦਾ। ਇਨ ਬਿਨ ਇਸੇ ਤਰ੍ਹਾਂ ਗੁਰਦੇਵ ਉਸ ਪਰਮਾਤਮਾ ਨਾਲ ਇੱਕ ਮਿਕਤਾ ਨੂੰ ਬੜੇ ਸਰਲ ਜਿਹੇ ਸ਼ਬਦਾਂ ਵਿੱਚ ਸਮਝਾਉਂਦੇ ਨੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਗੱਲ ਕੀ ਫੈਸਲਾ ਇਹ ਹੋਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਹੁਣ ਇੱਥੇ ਦੇਖੋ ਕਿਤਨੀ ਖੂਬਸੂਰਤੀ ਹੈ ਕਿ ਉਸ ਪਰਮਾਤਮਾ ਨੂੰ ਉੱਪਰ ਤੂੰ ਕਿਹਾ, ਇੱਥੇ ਤੂੰ ਕਿਹਾ। ਇਹਨੂੰ ਕਿਸੇ ਉਕਾਈ ਨਹੀਂ ਸਮਝਣੀ, ਬਲਕਿ ਖੂਬਸੂਰਤੀ ਹੈ। ਤੂੰ ਆਪੇ ਕਰਤਾ, ਇਹਨੂੰ ਤੂੰ ਹੀ ਉਚਾਰਨ ਕਰਨਾ। हे ਅਕਾਲ ਪੁਰਖ ਜੀ, ਤੁਸੀਂ ਆਪ ਹੀ ਕਰਤੇ ਹੋ। ਤੇਰਾ ਕੀਆ ਸਭ ਹੋਏ, ਤੁਹਾਡਾ ਕੀਤਾ ਹੀ ਸਭ ਕੁਝ ਹੋ ਰਿਹਾ। ਔਰ ਇਹ ਨਿਰਣਾ ਹੈ ਕਿ ਤੁਧ ਬਿਨ ਦੂਜਾ ਅਵਰ ਨ ਕੋਏ, ਤੁਹਾਡੇ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ। ਤੂੰ ਕਰ ਕਰ ਵੇਖੈ ਜਾਣੈ ਸੋਏ, ਤੁਸੀਂ ਆਪ ਹੀ ਕਰ ਕਰ ਕੇ ਵੇਖਦੇ ਹੋ ਤੇ ਆਪ ਹੀ ਆਪਣੇ ਕੀਤੇ ਨੂੰ ਜਾਣਦੇ ਹੋ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਨਾਨਕ ਦਾਸ ਜੀ ਫਰਮਾਉਂਦੇ ਨੇ, ਗੁਰੂ ਦੇ ਰਾਹੀਂ ਇਹ ਗੱਲ ਸਮਝ ਵਿੱਚ ਆ ਜਾਂਦੀ। ਪ੍ਰਗਟ ਹੋਣ ਦਾ ਮਤਲਬ ਹੈ ਜਾਣ ਜਾਣਾ, ਸਮਝ ਵਿੱਚ ਆ ਜਾਣਾ। ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਉਹਨਾਂ ਨੂੰ ਫਿਰ ਇਹ ਗੱਲ, ਇਹ ਡੂੰਘਾ ਭੇਤ ਸਮਝ ਵਿੱਚ ਆ ਜਾਂਦਾ। ਆਸਾ ਮਹਿਲਾ ਪਹਿਲਾ ਤਿਤ ਸਰਵਰਣੈ, ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਸਾਹਿਬ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਤਿਤ ਸਰਵਰ ਹੈ, ਇਹ ਸੰਸਾਰ ਇੱਕ ਸਰੋਵਰ ਹੈ। ਭਈਲੇ ਨਿਵਾਸਾਂ, ਇਹਦੇ ਉੱਤੇ ਸਾਡਾ ਜੀਵਾਂ ਦਾ ਨਿਵਾਸ, ਡੇਰਾ, ਟਿਕਾਣਾ ਬਣ ਗਿਆ। ਪਰ ਇਸ ਸੰਸਾਰ ਰੂਪੀ ਸਰੋਵਰ ਦੇ ਅੰਦਰ ਪਾਣੀ ਪਾਵਕ ਤਿਨੇ ਕੀਆ, ਉਸ ਅਕਾਲ ਪੁਰਖ ਪਰਮਾਤਮਾ ਨੇ ਅੱਗ ਰੂਪੀ ਪਾਣੀ ਪਾਇਆ। ਪਾਵਕ ਕਹਿੰਦੇ ਨੇ ਅੱਗ ਨੂੰ। ਹੁਣ ਇੱਥੇ ਸਮਝਣਾ ਪਵੇਗਾ ਕਿ ਇੱਥੇ ਪਾਣੀ ਕਿਹੜਾ ਤੇ ਅੱਗ ਕਿਹੜੀ। ਇਹ ਜਿਹੜੇ ਵਿਸ਼ੇ ਵਿਕਾਰ ਨੇ, ਇਹ ਜਿਹੜੇ ਤ੍ਰਿਸ਼ਨਾ ਦੇ ਭਾਂਬੜ ਬਲਦੇ ਨੇ, ਇਹ ਅੱਗ ਹੈ। ਇਹਨੂੰ ਫਿਰ ਸਮਝੀਏ। ਤਿਤ ਸਰਵਰਣੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ। ਪਰ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੇ ਆਪ ਹੀ ਐਸੀ ਖੇਡ ਰਚੀ ਹੈ। ਪੰਕ ਜੋ ਮੋਹ,
ਇੱਥੇ ਪ੍ਰਿੰਟਡ ਛਪਿਆ ਹੋਇਆ ਪੰਕਜ ਹੈ, ਤੇ ਪੰਕਜ ਕਹਿੰਦੇ ਨੇ ਕਮਲ ਫੁੱਲ ਨੂੰ, ਪਰ ਕਮਲ ਫੁੱਲ ਇੱਥੇ ਟੁਕਦਾ ਨਹੀਂ। ਇਹਨੂੰ ਅਰਥ ਕਰਨ ਵਾਸਤੇ ਪੰਕ ਜੋ ਮੋਹ, ਥੋੜਾ ਜਿਹਾ ਪੰਕ ਤੇ ਰੁਕਣਾ ਪਵੇਗਾ, ਜੋ ਮੋਹ ਵੱਖਰਾ ਕਰਨਾ ਪਵੇਗਾ, ਕਿਉਂਕਿ ਪੰਕਜ ਸ਼ਬਦ ਇਕੱਠਾ ਚਿੱਕੜ ਵਾਸਤੇ ਕਿਧਰੇ ਨਹੀਂ ਆਇਆ। ਪੰਕ ਚਿੱਕੜ ਹੈ ਜੋ ਮੋਹ ਰੂਪੀ ਚਿੱਕੜ ਹੈ, ਜਿਸ ਮੋਹ ਦੇ ਕਾਰਨ ਪੱਗ ਨਹੀਂ ਚੱਲੈ। ਮੋਹ ਰੂਪੀ ਚਿੱਕੜ ਦੇ ਕਾਰਨ ਸਾਡੇ ਜੀਵਾਂ ਦਾ ਪੱਗ ਪੈਰ ਤੁਹਾਡੇ ਵੱਲ ਨਹੀਂ ਚੱਲਦਾ, ਚਾਹੁੰਦੇ ਹੋਏ ਵੀ ਕਿ ਅਸੀਂ ਪਰਮੇਸ਼ਵਰ ਦੀ ਯਾਦ ਵਿੱਚ ਜੁੜੀਏ, ਸਤਸੰਗ ਵਿੱਚ ਜਾਈਏ, ਪਰ ਇਹ ਮੋਹ ਜਿਹੜਾ ਹੈ ਇਹ ਚਿੱਕੜ ਰੂਪ ਹੋ ਕੇ ਸਾਨੂੰ ਤੁਰਨ ਤੋਂ ਵਰਜਦਾ, ਰੋਕਦਾ। ਹਮ ਦੇਖਾ ਤਹਾਂ ਡੂਬੀ ਅਲੇ, ਹਮ ਅਸੀਂ, ਤਥਾ ਮੈਂ ਦੇਖਿਆ ਹੈ ਬਹੁਤ ਸਾਰੇ ਜੀਵ ਤਾਂ, ਇਹਨੂੰ ਤਾਂ ਹਾਏ ਨੂੰ ਕੰਨਾ ਨਹੀਂ ਲਾਉਣਾ, ਪਰ ਤਾਂ ਡੂਬੀ ਅਲੇ, ਉਹ ਸੰਸਾਰ ਰੂਪੀ ਸਰੋਵਰ ਦੇ ਅੰਦਰ ਇਹ ਜੀਵ ਡੁੱਬਦੇ ਦੇਖੇ ਹਨ। ਫਿਰ ਪਾਤਸ਼ਾਹ ਕਹਿੰਦੇ ਮਨ ਏਕ ਨਾ ਚੇਤ ਸਮੂੜ ਮਨਾ, ਹੈ ਮੂਰਖ ਮਨਾ, ਤੂੰ ਉਸ ਇੱਕ ਨੂੰ ਯਾਦ ਨਹੀਂ ਕਰਦਾ। ਇੱਥੇ ਮਨ ਸੰਬੋਧਨ ਹੈ, ਇਸ ਲਈ ਮਨ ਦਾ ਨੰਨਾ ਮੁਕਤਾ ਹੈ। ਜੇ ਪਾਠ ਕਰਦੇ ਸਮੇਂ ਪਾਠ ਕਰਨ ਵਾਲਾ ਪਾਠੀ ਪ੍ਰੇਮੀ ਗੁਰੂ ਸ਼ਬਦ ਰਾਹੀਂ ਆਪਣੇ ਮਨ ਨੂੰ ਸੰਬੋਧਨ ਕਰੇ, ਮਨ ਏਕ ਨਾ ਚੇਤਸ ਮੂੜ ਮਨਾ, ਚੇਤਸ ਤੇ ਸੱਸੇ ਨੂੰ ਸਿਆਰੀ ਹੈ, ਤੂੰ ਚੇਤਨਾ ਨਹੀਂ ਕਰਦਾ, ਉਹਨੂੰ ਯਾਦ ਨਹੀਂ ਕਰਦਾ, ਉਹ ਮੂਰਖ ਮਨਾ। ਹਰ ਵਿਸਰਤ ਤੇਰੇ ਗੁਣ ਗਲਿਆ, ਇਹ ਨੁਕਤਾ ਵੀ ਬੜਾ ਖੋਲਣ ਤੇ ਸਮਝਾਉਣ ਵਾਲਾ, ਕਿਉਂਕਿ ਪਾਤਸ਼ਾਹ ਨੇ ਮਨੁੱਖਾ ਜਨਮ ਨੂੰ ਦੁਰਲਭ ਜਨਮ ਕਿਹਾ। 84 ਲੱਖ ਜੋਨ ਸਭਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੂਕੈ, ਸੋ ਆਏ ਜਾਏ ਦੁੱਖ ਪਾਇੰਦਾ। 84 ਲੱਖ ਜੂਨ ਵਿੱਚੋਂ ਸਭ ਤੋਂ ਸ਼੍ਰੋਮਣੀ ਜੂਨ ਹੁੰਦਿਆਂ ਹੋਇਆਂ ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਇੰਨੀ ਉੱਚੀ ਪਦਵੀ ਦਾ ਮਾਲਕ ਹੋ ਕੇ ਜਦੋਂ ਤੂੰ ਉਸ ਮਾਲਕ ਤੋਂ ਭੁੱਲ ਜਾਂਦਾ, ਉਸ ਨੂੰ ਯਾਦ ਨਹੀਂ ਕਰਦਾ, ਤਾਂ ਤੇਰੇ ਗੁਣ ਗਲ ਗਏ। ਭਾਵ ਤੇਰੀਆਂ ਉਹ ਸਾਰੀਆਂ ਸਿਫਤਾਂ, ਤੇਰਾ ਵੱਡਾਪਨ ਜਿਹੜਾ ਹੈ ਉਹ ਮਿੱਟੀ ਵਿੱਚ ਰਲ ਗਿਆ ਹੈ। ਏਕ ਨਾ ਚੇਤ ਸਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਾਓ। ਫਿਰ ਪਾਤਸ਼ਾਹ ਤਰੀਕਾ ਦੱਸਦੇ, ਭਾਈ ਹਾਲੀ ਵੀ ਕੁਝ ਨਹੀਂ ਵਿਗੜਿਆ, ਆਓ ਅਰਦਾਸ ਕਰੀਏ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਬਹਿਆ। ਹੇ ਅਕਾਲ ਪੁਰਖ ਸਾਡੇ ਤੇ ਕਿਰਪਾ ਕਰੋ, ਨਾ ਤਾਂ ਮੈਂ ਜਤੀ ਹਾਂ, ਭਾਵ ਮੈਨੂੰ ਆਪਣੀਆਂ ਇੰਦਰੀਆਂ ਤੇ ਕਾਬੂ ਪਾਉਣਾ ਵੀ ਨਹੀਂ ਆਉਂਦਾ, ਨਾ ਮੈਂ ਸਤੀ ਹਾਂ, ਭਾਵ ਮੈਂ ਸਤ ਦਾ ਧਾਰਨੀ ਵੀ ਨਹੀਂ, ਮੇਰੇ ਵਿੱਚ ਇਹੋ ਜਿਹਾ ਕੋਈ ਵੀ ਗੁਣ ਨਹੀਂ ਹੈ, ਤੇ ਨਾ ਹੀ ਮੈਂ ਪੜ੍ਹਿਆ ਲਿਖਿਆ ਹਾਂ, ਵਿਦਵਾਨ ਹਾਂ। ਮੈਂ ਤਾਂ ਮੂਰਖ ਹਾਂ, ਮੁਗਧ, ਵੱਡਾ ਮੂਰਖ ਹਾਂ। ਜਨਮ ਭਇਆ, ਮੇਰਾ ਜਨਮ ਇਵੇਂ ਹੀ ਮੂਰਖਤਾ ਕਰਕੇ ਜਾ ਰਿਹਾ। ਤਥਾ ਮੈਂ ਮਨੁੱਖਾ ਜਨਮ ਤੇ ਲੈ ਲਿਆ, ਪਰ ਮੇਰੇ ਵਿੱਚ ਗੁਣ ਕੋਈ ਨਹੀਂ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ। ਨਾਨਕ ਜੀ ਕਹਿੰਦੇ ਨੇ ਮੈਂ ਤੁਹਾਡੀ ਅੱਗੇ ਬੇਨਤੀ ਕਰਦਾ, ਤੁਹਾਡੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਤਿਨ ਕੀ ਸ਼ਰਣਾ, ਮੈਨੂੰ ਉਹਨਾਂ ਦੀ ਸ਼ਰਨ ਬਖਸ਼ੋ, ਮੈਨੂੰ ਉਹਨਾਂ ਦੀ ਸੰਗਤ ਬਖਸ਼ੋ। ਜਿਨ ਤੂੰ ਨਾਹੀ ਵਿਸਰਿਆ, ਜਿਨ੍ਹਾਂ ਨੂੰ ਤੁਸੀਂ ਨਹੀਂ ਭੁੱਲੇ, ਭਾਵ ਜਿਨ੍ਹਾਂ ਦੇ ਹਿਰਦੇ ਵਿੱਚ ਤੁਹਾਡੀ ਯਾਦ ਬਣੀ ਰਹਿੰਦੀ। ਆਸਾ ਮਹਿਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਭਰੀਆ। ਅਵਰ ਕਾਜ ਤੇਰੇ ਕਿਤੇ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।
सरंजाम लाग भव जल तरन के, जन्म वृथा जात रंग माया के रहाओ। जाप तप संजम धर्म न कमाया, सेवा साधना जानिया हर राया। कहो नानक हम नीच करम्मा, शरण परे की राखो शर्मा। पातशाह पंजवें सतगुरु गुरु अर्जुन देव पातशाह फरमाते, पही परापत मानुख दे होरिया, ये मनुखा दे ही सानू प्राप्त होई है। तथा हे प्राणी, ये मनुखा दे ही तैनू दुर्लभ प्राप्त हुई है। गोबिंद मिलन की ए तेरी बरिया, ये गोबिंद मिलन तू तेरी वारी है। जिवें असी किसी कतार विच, किसी लाइन विच, किसी क्यू विच लगे होइए, ते जदों वारी आवे असी आसे पासे हो जाइए तो नतीजा की होवेगा, वारी खुंझ जाएगी। पातशाह बड़े सरल जे तरीके नाल समझाउंदे, भई परापत मान खुदे हो रिया, गोबिंद मिलन की ए तेरी बरिया। ये गोबिंद नूं मिलण दी तेरी वारी है। भगत कबीर जी भी बड़ा सुंदर फरमाते, गुर सेवा ते भगत कमाई, तब ए मानस दे ही पाई। कई लोग शंका करते हैं भी एक भगत जी ने की कहा, पहले भगती की, पहला गोबिंद की सेवा की, फिर मनुखा दे ही मिली। नहीं, इहदा नियम है कि अनवय करो, पिछली पंक्ति नूं पहले ले आओ और पहली पंक्ति नूं पिछे ले जाओ। गुर सेवा ते भगत कमाई, तबे मानस दे ही पाई, तबे मानस दे ही पाई। गुर सेवा ते भगत कमाई। आम असी ये तरीका वरते हैं, जे ये काम साडा हो गया तो साडा आना सफल हो गया, ते जे काम नहीं होया तो साडा आना अकारत। भगत जी कहते ने, ताए मनुखा दे ही पाई सफल जानो, जे गुरु की सेवा करके परमेश्वर की भगती की। इस देही को सिमरै देव, सो देही भज हर की सेव। भजो गोबिंद भूल मत जाओ, मानस जन्म का यही लाभ। मनुखा जन्म का यही लाभ है। तो गुरुदेव फरमाते ने, भई परापद मानुख दे होरिया, गोबिंद मिलन की ए तेरी बरिया। अवर काज तेरा कितै न काम, मिल साध संगत भज केवल नाम। मनुख आम तौर पर अपने आप नूं बरी करने वास्ते कह दिंदा, वो जी मैनू होर बड़े काम ने, मैं आओ करदा, आओ करदा, आओ करदा। पर गुरुदेव कहते ने, याद रख, जितने भी तू होर काम करदा वो तेरे किसी काम आने वाले नहीं। गुरु नानक पातशाह ने बड़े सरल जे तरीके नाल समझाया, भाई परमेश्वर का सिमरन कितना जरूरी है। आखिया एक सलेट उत्ते सलेटी नाल सिफर दे निशान पाओ, 1 2 4 10 पाओ। किसे पढ़े या अनपढ़े नूं पुछो की लिखे, वो की कहेगा, सिफरे लिखे हैं। इस तो बाद उन्हां दी कोई वैल्यू नहीं। पर जे उन्हां सिफरियां दे खब्बे पासे एक एके दा अंक पा दिओ, फिर पुछो की लिखे। एक एके दा अंक लगन दे कारण हर सिफरे दी कीमत 10 गुणा हो गई। इसे तरह जीवन विच उस मालक दा सिमरन करन दे नाल साडे होर काम भी सफल हो जाणगे। ते उस एक तो बिना अवर काज तेरा कितै न काम, मिल साध संगत भज केवल नाम। इसलिए गुरु की संगत विच मिल के भज सिमरना कर केवल ते केवल नाम। सरंजाम लाग भवजल तरन के। बई डुबण दी ते हर कोई यतन कर रहा, पर बचन दा कोई करे तो पातशाह कहते ने, सरंजाम लाग, इस पासे लगना कर, इस भवजल नूं संसार नूं तरन दा यतन कर। नहीं ते जन्म वृथा जात रंग माया कै,
तेरा जन्म बिरथा जा रहा है। रंग रंग दे गगे नूं सिहारी है, माया दे रंग विच रंगीत के जन्म बिरथा जा रहा है। रहाओ फिर पातशाह कहते आओ अरदास करिए, जप तप संयम धर्म ना कमाया। हुण जिहड़ा नन्ना है ये दिली दीपक है, ये सारियां दे नाल लगेगा। हे अकाल पुरख, ना मैं कोई जप कीता है, ना कोई तप कीता है, ना कोई संयम ढंग तरीका कीता, ना धर्म कमाया। भाव मैं कोई भी चंगा काम नहीं कर सकिया। सेवा साधना जानिया हर राया, ना मैं परमेश्वर की सेवा की, ना मैं गुरु की संगत की, ते ना मैं हरि राजे नूं जान सके। देखो किस तरह अपने आप नूं निमरता नाल उस वाहिगुरु अकाल पुरख के चरणों में पेश करने की जुगती तरीका दसते हैं। पर असी की करते हैं, मैं इतना पढ़िया हाँ जी, मैं इतने पाठ किए हाँ जी, मैं ऐसी कथा करदा जी, असी सोहमे विच ही मर रहे हैं। गुरुदेव कहते नहीं, जप तप संयम धर्म ना कमाया। मैं ऐसा कुछ भी नहीं किया जिससे करण करके मैं तुहानू चंगा लग सका। सेवा साध ना जानिया हर राया, ना मैं गुरु की सेवा की, ना मैं हरि राय नू जान सकता। मैं तो सिर्फ तुहाडे चरणों में अरदास करदा। कहो नानक हम नीच कर्मा। नानक जी फरमाते हम असी नीच कर्म वाले, साडे विच सारियां कमियां हन, साडियां करतूतां बहुत घटिया ने। जिवें पातशाह फरमांदे ने, करतूत पशु की मानुष जात। साडी जात ते मनुखां दी जरूर है, पर कम साडे पशुआं वर्गे। इसलिए इत्थे किसी चतुराई दी, इत्थे किसी सियाणप की गल नहीं, इत्थे तां अरदास करनी बण आउंदी है। कहो नानक हम नीच कर्म, असी नीच कर्मां वाले। शरण परे की राखो शर्मा, ये अरदास करनी है। असी तुहाडी शरण विच पए हाँ, ते साडी लजपत रख लेनी करो। जिवें आम तौर पर असी ये शब्द वरते हैं, मेरी शर्म रख लो जी, राखो शर्म असाड़ी जियो, साड़ी इज्जत बचा लेनी करो, क्योंकि असी फिर भी तुहाडे हाँ ते तुहाडे ही रहांगे। भगत हीण नानक जे होएगा तो खसमे नौ न जाई। तो इस तरह इस पावन शब्द के राही गुरु अर्जुन देव पातशाह ने, गुरु नानक देव जी महाराज ने सानू एक नक्शा खिंच के समझाया कि असी संसार रूपी सरोवर ते आए हाँ, और इत्थे आउण दा मकसद ये है, साडा बचाओ भी ताई है। आओ सारे रल के मन करके अरदास करिए, जप तप संयम धर्म ना कमाया, सेवा साध ना जानिया हर राया। कहो नानक हम नीच कर्मा, शरण परे की राखो शर्मा।